ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਿਨ ਜੁਆਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਇਸ ਸ਼ਲੋਕ ਵਿੱਚ ਪਹਿਲੇ ਸ਼ਲੋਕ ਦੇ ਭਾਵ ਨੂੰ ਹੀ ਦ੍ਰਿੜ ਕੀਤਾ ਗਿਆ ਹੈ। ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਿਕ ਮਿਲੈ ਅਸੰਤ। ਮਲਿਆਗਰ ਭੁਯੰਗਮ ਬੇੜਿਓ, ਤਾਂ ਸੀਤਲਤਾ ਨ ਤਜੰਤ। ਪਹਿਲੀ ਅਵਸਥਾ ਦੇ ਵਿੱਚ ਸੀਤਲਤਾ ਤਜਦਾ ਨਹੀਂ ਹੈ, ਤੇ ਦੂਸਰੀ ਅਵਸਥਾ ਜਿਹੜੀ ਬ੍ਰਹਮ ਗਿਆਨ ਦੀ ਹੈ, ਉਹਦੇ ਵਿੱਚ ਸੀਤਲਤਾ ਹੀ ਹੋ ਜਾਂਦਾ ਹੈ। ਜੈਸਾ ਸੇਵੇ ਤੈਸੋ ਹੋਏ। ਬ੍ਰਹਮ ਦਾ ਗਿਆਨ ਹੋ ਗਿਆ ਤੇ ਬ੍ਰਹਮ ਹੋ ਗਿਆ। ਇਹ ਜੋ ਭਾਵ ਹੈ ਨਾ ਬ੍ਰਹਮ ਗਿਆਨੀ ਦਾ, ਇਸ ਭਾਵ ਦੇ ਵਿੱਚ ਵੀ ਅਗਰ ਤੁਸੀਂ ਥੋੜਾ ਜਿਹਾ ਗਹਿਰੇ ਉਤਰ ਗਏ ਨਾ, ਤਿਆਰ ਹੋ ਗਏ ਉਤਰਨ ਨੂੰ, ਤੇ ਤੁਹਾਨੂੰ ਵੀ ਥੋੜਾ ਜਿਹਾ ਉਹਦਾ ਸਵਾਦ ਆ ਸਕਦਾ ਹੈ ਜਿਹਦੀ ਕਬੀਰ ਜੀ ਗੱਲ ਕਰ ਰਹੇ ਹਨ। ਇਹਨੂੰ ਹੀ ਸਤ ਸੰਗਤ ਕਹਿੰਦੇ ਹਨ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਤੁਸੀਂ ਸੁਣਦੇ ਹੀ ਉਹਦੀ ਵਿਚਾਰ ਦੁਆਰਾ ਉਸ ਭਾਵ ਵਿੱਚ ਉਤਰ ਜਾਂਦੇ ਹੋ ਨਾ, ਜਿਹੜੇ ਭਾਵ ਦੇ ਵਿੱਚ ਇਹ ਗੱਲ ਕਹੀ ਗਈ ਹੈ, ਕਹੀ ਜਾ ਰਹੀ ਹੈ, ਤੇ ਥੋੜਾ ਜਿਹਾ ਅੰਮ੍ਰਿਤ ਦਾ ਸਵਾਦ ਉਹਨਾਂ ਨੂੰ ਵੀ ਆ ਜਾਂਦਾ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਧਾਰਾ ਤੇ ਵਰਸ ਰਹੀ ਹੈ, ਪਰ ਕਦੇ ਕਦੇ ਤੁਸੀਂ ਛਤਰੀ ਲੈਣਾ ਭੁੱਲ ਜਾਂਦੇ ਹੋ। ਜਿਵੇਂ ਅਚਨਚੇਤ ਹੀ ਬਾਰਿਸ਼ ਹੋ ਰਹੀ ਹੋਵੇ ਬਾਹਰ, ਤੇ ਇੱਕਦਮ ਤੁਸੀਂ ਉੱਠ ਕੇ ਬਾਹਰ ਨਿਕਲ ਜਾਓ। ਕਦੇ ਕਦੇ ਐਸਾ ਹੋ ਜਾਂਦਾ ਹੈ ਵੀ ਆਦਮੀ ਛਤਰੀ ਲਿਜਾਣਾ ਭੁੱਲ ਜਾਂਦਾ ਹੈ ਤੇ ਬਾਰਿਸ਼ ਭਿੱਜ ਜਾਂਦਾ ਹੈ। ਇੱਦਾਂ ਹੀ ਕਦੇ ਕਦੇ ਤੁਸੀਂ ਸੁਣਦੇ ਭੁੱਲ ਜਾਂਦੇ ਹੋ ਛਤਰੀ ਲੈਣਾ। ਛਤਰੀ ਕੀ ਹੈ? ਬੁੱਧੀ। ਕਦੇ ਕਦੇ ਤੁਸੀਂ ਸੋਚਣਾ ਭੁੱਲ ਜਾਂਦੇ ਹੋ, ਤੁਹਾਨੂੰ ਆਪਣਾ ਖਿਆਲ ਭੁੱਲ ਜਾਂਦਾ ਹੈ। ਉਦੋਂ ਹੀ ਥੋੜ੍ਹਾ ਜਿਹਾ ਅੰਮ੍ਰਿਤ ਰਸ ਦਾ ਸ਼ਰਾਟਾ ਪੈ ਜਾਂਦਾ ਹੈ। ਭਾਵੇਂ ਥੋੜ੍ਹੇ ਜਿਹੇ ਗਿੱਲੇ ਹੁੰਦੇ ਹੋ, ਪਰ ਥੋੜ੍ਹਾ ਜਿਹਾ ਪਤਾ ਤੇ ਲੱਗਾ ਨਾ। ਤੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਨਾ ਅੰਮ੍ਰਿਤ ਰਸ ਦਾ, ਅੰਮ੍ਰਿਤ ਸਵਾਦ ਦਾ, ਉਹਨਾਂ ਨੂੰ ਹੀ ਇਹ ਅੰਮ੍ਰਿਤ ਦੀਆਂ ਗੱਲਾਂ ਸਮਝ ਵਿੱਚ ਵੀ ਆਉਂਦੀਆਂ ਹਨ। ਦੂਸਰੇ ਨੂੰ ਸਮਝ ਵਿੱਚ ਥੋੜ੍ਹੀ ਆਉਂਦੀਆਂ ਹਨ। ਜਿਨ੍ਹਾਂ ਨੂੰ ਸਵਾਦ ਆਇਆ ਹੈ ਨਾ, ਆਹ ਦੇਖੋ ਗੁਰੂ ਅਰਜਨ ਦੇਵ ਜੀ ਨੇ
ਸੁਖਮਨੀ ਸਾਹਿਬ ਵਿੱਚ ਇੱਕ ਸ਼ਲੋਕ ਦੇ ਅਧੀਨ ਅਸ਼ਟਪਦੀ ਬ੍ਰਹਮ ਗਿਆਨੀ ਦੀ ਉਸਤਤ ਉਚਾਰਨ ਕੀਤੀ, ਬਹੁਤ ਹੀ ਪਿਆਰੀ ਹੈ। ਤੇ ਜਿਹਨੂੰ ਸਵਾਦ ਆ ਜਾਂਦਾ ਹੈ, ਥੋੜ੍ਹਾ ਜਿਹਾ ਰਸ ਆਉਂਦਾ ਹੈ, ਜਿਹਨੇ ਜਾਣਿਆ ਹੈ ਥੋੜ੍ਹਾ ਜਿਹਾ, ਤੇ ਉਹ ਸੁਣ ਕੇ ਹੀ ਗਦ-ਗਦ ਹੋ ਉੱਠਦਾ ਹੈ। ਉਹਦੇ ਅੰਦਰ ਇੱਕ ਉਤਸ਼ਾਹ, ਇੱਕ ਉਮੰਗ ਵੀ ਐਸਾ ਮੈਂ ਵੀ ਜਾਣਿਆ, ਐਸਾ ਹੁੰਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲਕਸ਼ਣ ਬ੍ਰਹਮ ਗਿਆਨੀ ਹੋਏ। ਇਹ ਲਕਸ਼ਣ ਅੱਗੇ ਦੱਸਦੇ ਹਨ, ਬਹੁਤ ਹੀ ਪਿਆਰੇ ਹਨ। ਐਸਾ ਉਲੇਖ ਕਿਸੇ ਨੇ ਵੀ ਨਹੀਂ ਕੀਤਾ ਹੈ, ਬਹੁਤ ਹੀ ਪਿਆਰਾ ਹੈ, ਪਰ ਸਮਝ ਵਿੱਚ ਨਹੀਂ ਨਾ ਆਉਂਦਾ ਹੈ। ਬਹੁਤੇ ਸਿੱਖ ਸਿੱਖਣੀਆਂ ਪਾਠ ਕਰਦੇ ਹਨ, ਸਿਰਫ ਵੈਸੇ ਹੀ ਹੁੰਦਾ ਹੈ ਜੈਸੇ ਰਿਕਾਰਡਿੰਗ ਕਰ ਰਹੀ ਹੁੰਦੀ ਹੈ, ਭਾਵ ਦੇ ਵਿੱਚ ਥੋੜ੍ਹੀ ਉਤਰਦੇ, ਅਤੇ ਉਤਰਿਆ ਵੀ ਨਹੀਂ ਜਾ ਸਕਦਾ ਜਿੰਨਾ ਚਿਰ ਤੁਸੀਂ ਭਾਵ ਦੇ ਨਾਲ ਜੁੜੋ ਨਾ। ਤੇ ਸਤਸੰਗ ਦਾ ਅਰਥ ਹੁੰਦਾ ਹੈ ਉਸ ਭਾਵ ਦੇ ਨਾਲ ਜੁੜ ਜਾਣਾ। ਜਿਵੇਂ ਇਵੇਂ ਸਮਝ ਲਓ ਕੋਈ ਵੈਰਾਗਮਈ ਗੀਤ ਗਾ ਰਿਹਾ ਹੋਵੇ ਤੇ ਤੁਸੀਂ ਉਹਦੇ ਨਾਲ ਜੁੜ ਜਾਓ ਤੇ ਤੁਸੀਂ ਵੀ ਵੈਰਾਗਮਈ ਹੋ ਜਾਂਦੇ ਹੋ ਨਾ। ਤੇ ਖੁਸ਼ੀ ਦਾ ਗੀਤ ਗਾ ਰਿਹਾ ਹੋਵੇ ਤੇ ਤੁਸੀਂ ਖੁਸ਼ ਹੋ ਜਾਂਦੇ ਹੋ ਉਹਦੇ ਨਾਲ ਜੁੜ ਕੇ। ਪਰ ਇੱਥੇ ਕੁਛ ਐਸਾ ਗੀਤ ਗਾਇਆ ਜਾ ਰਿਹਾ ਹੈ ਨਾ ਖੁਸ਼ੀ ਦਾ ਹੈ ਨਾ ਗਮੀ ਦਾ ਹੈ, ਪਾਰ ਦਾ ਹੈ। ਇਹ ਗੀਤ ਗੋਬਿੰਦ ਦਾ ਹੈ। ਗੀਤ ਗੋਬਿੰਦ ਕੇ ਗਾਓ ਮੇਰੀ ਰਸਨਾ, ਗਾਏ ਜਾ ਰਹੇ ਹਨ, ਸੁਣੋ। ਤੇ ਕਬੀਰ ਜੀ ਕਹਿ ਰਹੇ ਹਨ ਵੀ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਕਹਿੰਦੇ ਉਦੋਂ ਮਨ ਸੀਤਲ ਹੋ ਗਿਆ ਜਦੋਂ ਬ੍ਰਹਮ ਗਿਆਨ ਮਿਲ ਗਿਆ। ਭਾਵ ਕਿ ਜਦੋਂ ਬ੍ਰਹਮ ਗਿਆਨ ਹੋ ਗਿਆ ਨਾ, ਉਦੋਂ ਮਨ ਸੀਤਲ ਹੋਇਆ। ਇੱਕ ਤੇ ਹੈ ਬਾਹਰ ਦਾ ਗਿਆਨ, ਉਹਦੇ ਨਾਲ ਮਨ ਸੀਤਲ ਨਹੀਂ ਹੁੰਦਾ, ਸ਼ਾਂਤ ਨਹੀਂ ਹੁੰਦਾ, ਨਿਰਮਲ ਨਹੀਂ ਹੁੰਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ, ਨਿਰਮਲ ਨਹੀਂ ਹੁੰਦਾ ਹੈ। ਬ੍ਰਹਮ ਦੇ ਗਿਆਨ ਦੁਆਰਾ ਮਨ ਨਿਰਮਲ ਹੁੰਦਾ ਹੈ। ਸੰਸਾਰ ਦੇ ਗਿਆਨ ਦੁਆਰਾ ਮੈਲ ਚੜ੍ਹਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸਿਆ। ਤੇ ਜਨਮਾਂ ਜਨਮਾਂਤਰਾਂ ਦੀ ਮੈਲ ਕਿਵੇਂ ਲੱਗੀ? ਸੰਸਾਰ ਦੀ ਲੱਗੀ ਨਾ, ਸੰਸਾਰ ਦੀ ਵਿਚਾਰਧਾਰਾ ਦੀ ਲੱਗੀ ਹੋਈ ਨਾ, ਸੰਸਾਰ ਦੇ ਖਿਆਲਾਂ ਦੀ ਲੱਗੀ ਹੋਈ ਨਾ। ਕਿਹਦੀ ਲੱਗੀ? ਸੰਸਾਰ ਦੇ ਗਿਆਨ ਦੀ ਲੱਗੀ, ਸੰਸਾਰ ਦੀ ਸਮਝ ਦੀ ਲੱਗੀ। ਤੇ ਜਿੰਨਾ ਸਮਝਦੇ ਜਾਓਗੇ ਸੰਸਾਰ ਨੂੰ ਉਨੀ ਮੈਲ ਲੱਗਦੀ ਜਾਵੇਗੀ, ਕਿਉਂਕਿ ਸਮਝਦਾਰੀ ਦੇ ਨਾਲ ਤੁਸੀਂ ਜੁੜ ਜਾਂਦੇ ਹੋ। ਤੁਸੀਂ ਕਹਿੰਦੇ ਹੋ ਮੈਂ ਜਾਣਦਾ ਹਾਂ ਸੰਸਾਰ, ਆ ਮੇਰਾ ਪਰਿਵਾਰ ਹੈ, ਮੈਂ ਪਰਿਵਾਰ ਨੂੰ ਜਾਣਦਾ, ਤੇ ਮੈਲ ਲੱਗ ਗਈ। ਆ ਮੇਰਾ ਕਾਰੋਬਾਰ ਹੈ, ਮੈਂ ਕਾਰੋਬਾਰ ਨੂੰ ਜਾਣਦਾ ਤੇ ਮੈਲ ਲੱਗ ਗਈ। ਆਪਣਿਆਂ ਦੀ ਮੈਲ, ਪਰਾਇਆਂ ਦੀ ਮੈਲ ਸੋਚ ਸੋਚ ਕੇ ਲੱਗ ਰਹੀ ਹੈ ਨਾ। ਤੇ ਸੰਸਾਰ ਨੂੰ ਸੋਚ ਕੇ ਮੈਲ ਲੱਗਦੀ ਹੈ, ਪਰਮਾਤਮਾ ਨੂੰ ਯਾਦ ਕਰਕੇ ਮੈਲ ਲੈਂਦੀ। ਫਿਰ ਦੂਸਰੀ ਗੱਲ ਇਹ ਹੈ
ਵੀ ਸੰਸਾਰ ਦਾ ਗਿਆਨ ਹੁੰਦਾ ਹੈ ਨਾ, ਤੇ ਸੰਸਾਰ ਜਿਹਾ ਆਦਮੀ ਹੁੰਦਾ ਹੈ। ਕਿਉਂ ਜਿਹਦਾ ਗਿਆਨ ਹੁੰਦਾ ਹੈ ਨਾ ਤੁਹਾਨੂੰ, ਤੁਸੀਂ ਵੈਸੇ ਹੀ ਹੋਣਾ ਸ਼ੁਰੂ ਹੋ ਜਾਂਦੇ ਹੋ। ਫਿਰ ਪਰਮਾਤਮਾ ਦਾ ਗਿਆਨ ਹੁੰਦਾ ਹੈ ਤੇ ਪਰਮਾਤਮਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੈਸਾ ਸੇਵੇ ਤੈਸੋ ਹੋਏ। ਜਿਹਦਾ ਖਿਆਲ, ਜਿਹਦਾ ਚਿੰਤਨ ਹੁੰਦਾ ਹੈ, ਉਹਦਾ ਹੀ ਗਿਆਨ ਹੁੰਦਾ ਹੈ। ਜਿਹਦੇ ਬਾਰੇ ਸੋਚਦੇ ਹੋ ਤੁਸੀਂ, ਉਹਦਾ ਹੀ ਗਿਆਨ ਹੁੰਦਾ ਹੈ। ਸੰਸਾਰ ਬਾਰੇ ਸੋਚੋਗੇ ਤੁਸੀਂ, ਕਈ ਕਹਿੰਦੇ ਨਹੀਂ ਹਨ ਕਿ ਜਿਹਨੂੰ ਜਾਣਨਾ ਹੈ ਲਗਨ ਦੇ ਨਾਲ ਵਿਚਾਰੋ, ਸੋਚੋ, ਸਮਝੋ, ਤਾਂ ਉਹਦਾ ਗਿਆਨ ਹੋ ਜਾਂਦਾ ਹੈ। ਪਰ ਖਿਆਲ ਵਿੱਚ ਰੱਖਣ ਯੋਗ ਹੈ ਇੱਥੇ ਇੱਕ ਗੱਲ, ਵੀ ਧਾਰਮਿਕ ਲੋਕ ਵੀ ਕਹਿੰਦੇ ਹਨ ਪਰਮਾਤਮਾ ਬਾਰੇ ਸੋਚੋ, ਵਿਚਾਰੋ, ਸਮਝੋ, ਪਰਮਾਤਮਾ ਦਾ ਗਿਆਨ ਹੋ ਜਾਏਗਾ। ਨਹੀਂ, ਪਰਮਾਤਮਾ ਸੰਸਾਰ ਨਾਲੋਂ ਬਿਲਕੁਲ ਉਲਟਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਪਰਮਾਤਮਾ ਦਾ ਗਿਆਨ ਤੁਹਾਡੇ ਅੰਦਰ ਪਿਆ ਹੀ ਹੋਇਆ ਹੈ। ਸੰਸਾਰ ਦਾ ਗਿਆਨ ਤੁਹਾਨੂੰ ਬਾਹਰੋਂ ਲੈਣਾ ਪੈਂਦਾ ਹੈ। ਪਰਮਾਤਮਾ ਦਾ ਗਿਆਨ ਤੁਸੀਂ ਧੁਰੋਂ ਲੈ ਕੇ ਆਏ ਹੋ, ਤੁਹਾਡੇ ਅੰਦਰ ਹੈ, ਕਿਉਂਕਿ ਤੁਸੀਂ ਉੱਥੋਂ ਆਏ ਹੋ। ਜਿਹੜੇ ਦਰਵਾਜ਼ੇ ਤੋਂ ਆਏ ਹੋ ਉਹਨੂੰ ਜਾਣਦੇ ਹੋ ਤੁਸੀਂ, ਜਿੱਥੋਂ ਆਏ ਹੋ ਉਹਦਾ ਗਿਆਨ ਹੈ ਤੁਹਾਨੂੰ। ਇਹ ਕਿਹਾ ਵੀ ਹੈ ਨਾ ਵੀ ਸਾਰਿਆਂ ਦੇ ਅੰਦਰ ਹੀ ਪਰਮਾਤਮਾ ਦਾ ਗਿਆਨ ਹੈ। ਪਰ ਸੰਸਾਰ ਦਾ ਗਿਆਨ ਬਾਹਰੋਂ ਲੈਣਾ ਪੈਂਦਾ ਹੈ। ਸੰਸਾਰ ਬਾਰੇ ਸੋਚਣਾ ਪੈਂਦਾ ਹੈ, ਵਿਚਾਰਨਾ ਪੈਂਦਾ ਹੈ, ਜਾਣਨਾ ਪੈਂਦਾ, ਕਿਉਂਕਿ ਬਾਹਰ ਹੈ। ਸੰਸਾਰ ਆਪਣਾ ਸੁਭਾਅ ਨਹੀਂ ਹੈ, ਇਸ ਕਰਕੇ ਸੰਸਾਰ ਨੂੰ ਵਿਚਾਰ ਵਿਚਾਰ ਕੇ ਸਮਝਣਾ ਪੈਂਦਾ ਹੈ। ਜਿਹੜਾ ਆਪਣਾ ਸੁਭਾਅ ਹੁੰਦਾ ਹੈ ਉਹਨੂੰ ਵਿਚਾਰ ਕੇ ਥੋੜ੍ਹੀ ਸਮਝਣਾ ਪੈਂਦਾ। ਵਿਚਾਰ ਕੇ ਤੇ ਤੁਸੀਂ ਬਾਹਰ ਜਾਂਦੇ ਹੋ, ਸੋਚ ਕੇ ਤੇ ਬਾਹਰ ਜਾਂਦੇ ਹੋ। ਜਿਵੇਂ ਐਵੇਂ ਸਮਝ ਲਵੋ ਤੁਸੀਂ, ਜਿਵੇਂ ਪਸ਼ੂ ਪੰਛੀ ਹਨ, ਉਹਨਾਂ ਨੂੰ ਬੱਚੇ ਪੈਦਾ ਕਰਨ ਦਾ, ਬੱਚਿਆਂ ਨੂੰ ਪਾਲਣ ਦਾ ਗਿਆਨ ਹੈ, ਕਿਉਂਕਿ ਉਹਨਾਂ ਦੇ ਸਰੀਰ ਦੇ ਨਾਲ ਹੀ ਉਹ ਪਿੱਛੋਂ ਮਾਤਾ ਪਿਤਾ ਤੋਂ ਆਉਂਦਾ ਹੈ। ਉਹਨਾਂ ਦੇ ਬਾਡੀ ਦੇ ਨਾਲ, ਸਰੀਰ ਦੇ ਨਾਲ, ਉਹਨਾਂ ਦੇ ਸੈੱਲਾਂ ਦੇ ਵਿੱਚ ਹੀ ਉਹ ਗਿਆਨ ਹੈ। ਬਾਡੀ ਦੇ ਜੀਨਸ ਦੇ ਵਿੱਚ ਕਹਿੰਦੇ ਹਨ ਹੈ ਉਹ ਸਮਝ ਤੋਂ ਨਾਲ ਹੀ ਲੈ ਕੇ ਆਉਂਦੇ ਹਨ। ਉਹਨੂੰ ਸੋਚਣਾ ਥੋੜ੍ਹੀ ਪੈਂਦਾ ਹੈ ਬੱਚੇ ਨੂੰ ਪਾਲਣ ਵਾਸਤੇ। ਚਿੜੀਆਂ ਨੂੰ ਆਲਣਾ ਬਣਾਉਣ ਵਾਸਤੇ ਸੋਚਣਾ ਥੋੜ੍ਹੀ ਪੈਂਦਾ, ਆਪਣੇ ਆਪ ਹੀ ਬਣਦਾ ਹੈ, ਸੁਭਾਵਿਕ, ਕਿਉਂਕਿ ਪਿੱਛੋਂ ਲੈ ਕੇ ਆਏ ਹਨ ਮਾਤਾ ਪਿਤਾ ਤੋਂ। ਇੱਦਾਂ ਹੀ ਮਨੁੱਖ ਦਾ ਬੱਚਾ ਵੀ ਬਹੁਤ ਸਾਰਾ ਗਿਆਨ ਲੈ ਕੇ ਆਉਂਦਾ ਹੈ। ਜਿਹੜਾ ਜ਼ਰੂਰੀ ਹੈ ਨਾ ਉਹ ਪਿੱਛੋਂ ਲੈ ਕੇ ਆਉਂਦਾ ਹੈ ਬੱਚਾ। ਬੱਚੇ ਪੈਦਾ ਕਰਨ ਕੌਣ ਸਿਖਾਉਂਦਾ ਹੈ? ਹਰ ਕੋਈ ਆਦਮੀ ਕਰ ਲੈਂਦਾ ਹੈ। ਕੋਈ ਵਿਸ਼ਵਵਿਦਿਆਲੇ ਥੋੜ੍ਹੀ ਹੈ ਬੱਚਾ ਪੈਦਾ ਕਰਨ ਵਾਸਤੇ, ਸਿਖਾਉਣ ਵਾਸਤੇ ਵੀ ਕਿਵੇਂ ਸੰਬੰਧ ਬਣਾਉਣੇ ਹੈ, ਕਿੱਦਾਂ ਕਰਨਾ। ਦੇਖੋ ਗਰੀਬ ਤੋਂ ਗਰੀਬ ਆਦਮੀ ਵੀ ਕਰ ਲੈਂਦਾ ਹੈ, ਬੇਸਮਝ ਵੀ ਕਰ ਲੈਂਦੇ ਹਨ, ਕਿਉਂਕਿ ਉਹ ਜੀਨਸ 'ਚ ਹੈ। ਅਤੇ ਸਮਝਾਉਣਾ ਨਹੀਂ ਪੈਂਦਾ ਹੈ ਬਹੁਤਾ, ਫਿਰ ਵੀ ਆਦਮੀ ਦੀ ਆਦਤ ਹੈ ਅਤੇ ਸਮਝਦਾ ਹੈ, ਸੋਚਦਾ ਹੈ, ਵਿਚਾਰਦਾ ਹੈ। ਪਰ ਇਹ ਫਿਰ ਵੀ ਬਾਹਰ ਦਾ ਹੈ, ਇਹ ਫਿਰ ਵੀ ਸੰਸਾਰ ਦਾ ਹੈ, ਸਰੀਰ ਦਾ ਹੈ। ਇਹਦੇ ਬਾਰੇ ਸੋਚਣਾ ਹੈ, ਵਿਚਾਰਨਾ ਹੈ, ਸਮਝਣਾ। ਜਿੰਨਾ ਜ਼ਿਆਦਾ ਸਮਝੋਗੇ ਉਨਾ ਜ਼ਿਆਦਾ ਸਮਝ ਵਿੱਚ ਆਵੇਗਾ, ਕਿਉਂਕਿ ਸਰੀਰਿਕ ਬਾਹਰ ਦਾ ਹੈ। ਪਰ ਜਿਹੜਾ ਵਾਸਤਵਿਕ ਹੈ ਤੁਹਾਡੇ ਅੰਦਰ, ਉਹਦੇ ਬਾਰੇ ਵਿਚਾਰ ਕਰਨ ਦੀ ਲੋੜ ਨਹੀਂ, ਉਹਦੇ ਬਾਰੇ ਸਮਝਣ ਦੀ ਲੋੜ ਨਹੀਂ, ਨਾ ਹੀ ਉਹਨੂੰ ਸਮਝਾਇਆ ਜਾ ਸਕਦਾ ਹੈ। ਉਹ ਗਿਆਨ ਤੇ ਧੁਰੋਂ ਹੀ ਹਰ ਇੱਕ ਦੇ ਅੰਦਰ ਹੈ। ਉਹ ਵਾਸਤਵਿਕ, ਉਹਨੂੰ ਹੀ ਸ਼ਬਦ ਕਿਹਾ ਹੈ ਵੀ ਸ਼ਬਦ ਅੰਦਰੋਂ ਮਿਲਦਾ ਹੈ। ਉਹਨੂੰ ਹੀ ਨਾਮ ਕਿਹਾ ਹੈ ਕਈ ਜਗ੍ਹਾ 'ਤੇ ਵੀ ਨਾਮ ਅੰਦਰੋਂ ਮਿਲਦਾ ਹੈ। ਉਹਨੂੰ ਹੀ ਗਿਆਨ ਕਿਹਾ ਹੈ, ਬ੍ਰਹਮ ਗਿਆਨ ਕਿਹਾ ਹੈ
ਵੀ ਉਹ ਅੰਦਰ ਹੈ ਤੁਹਾਡੇ। ਤੁਹਾਨੂੰ ਬਾਹਰੋਂ ਨਹੀਂ ਲੈਣਾ ਹੈ। ਉਹ ਸੁਭਾਵਿਕ ਹੀ ਤੁਹਾਡੇ ਅੰਦਰ ਟਿਕਿਆ ਹੋਇਆ ਹੈ। ਪਰਮਾਤਮਾ ਨੇ ਟਿਕਾਇਆ ਹੈ। ਉਹ ਨਾਮ, ਉਹ ਅੰਮ੍ਰਿਤ ਜਲ ਨਿਰਮਲ ਤੁਹਾਡੇ ਅੰਦਰ ਹੈ। ਉਹ ਖਜ਼ਾਨਾ ਤੁਹਾਡੇ ਅੰਦਰ ਹੈ। ਗਿਆਨ ਦਾ ਭੰਡਾਰ ਤੁਹਾਡੇ ਅੰਦਰ ਹੈ। ਪਰ ਤੁਸੀਂ ਬਾਹਰ ਸੰਸਾਰ ਦੇ ਵਿੱਚ ਗਿਆਨ ਲੱਭਦੇ ਹੋ ਅਤੇ ਸੰਸਾਰ ਦਾ ਗਿਆਨ ਤੁਹਾਨੂੰ ਮਲੀਨ ਕਰਦਾ ਹੈ। ਤੋ ਮਲੀਨਤਾ ਦੇ ਕਰਕੇ ਤੁਸੀਂ ਅੰਦਰ ਨਹੀਂ ਜਾ ਪਾਉਂਦੇ ਹੋ। ਤੁਸੀਂ ਜੋ ਦਿਖ ਰਿਹਾ ਹੈ ਬਾਹਰ, ਉਹਦੀ ਜਾਣਕਾਰੀ ਲੈ ਰਹੇ ਹੋ, ਉਹਦੇ ਬਾਰੇ ਜਾਣ ਰਹੇ ਹੋ, ਉਹਦੇ ਬਾਰੇ ਸੋਚ ਰਹੇ ਹੋ। ਜਿਹੜਾ ਅੰਦਰ ਦੇਖਣ ਵਾਲਾ ਹੈ, ਗਿਆਤਾ ਹੈ, ਉਹਨੂੰ ਭੁੱਲੀ ਬੈਠੇ ਹੋ। ਜਿਹੜਾ ਗਿਆਤਾ ਹੈ ਨਾ ਅੰਦਰ ਤੁਹਾਡੇ, ਉਹ ਹੈ ਜਾਣਨ ਵਾਲਾ। ਉਹਨੂੰ ਜਾਣਨਾ ਹੈ। ਜਿਵੇਂ ਕਿਹਾ ਹੈ ਨਾ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਦੇ ਵਿੱਚ ਧਿਆਨ ਲਾਇਆ। ਧੁਨ ਬਾਹਰ ਹੈ, ਸ਼ਬਦ ਬਾਹਰ ਹੈ, ਉਹਦੇ ਵਿੱਚ ਧਿਆਨ ਲਾਉਣ ਵਾਲਾ ਹੈ। ਪਰ ਧਿਆਨ ਲਾਉਣ ਵਾਲੇ ਦੇ ਵਿੱਚ ਜਾਣਨ ਵਾਲਾ ਹੈ। ਧਿਆਨ ਮਹਿ ਜਾਣਿਆ, ਉਹ ਜਾਣਨ ਵਾਲਾ ਧਿਆਨ ਤੋਂ ਪਿੱਛੇ ਹੈ। ਉਹਨੂੰ ਜਿਹਨੇ ਜਾਣ ਲਿਆ, ਜਿਹੜਾ ਪਿੱਛੇ ਹੈ। ਪਹਿਲਾਂ ਤਾਂ ਧੁਨ ਦੇ ਵਿੱਚ ਧਿਆਨ ਲਾਇਆ। ਧੁਨ ਦੇ ਵਿੱਚ ਟਿਕੂਗਾ ਧਿਆਨ, ਤੇ ਤਾਂ ਹੀ ਤੁਸੀਂ ਪਿੱਛੇ ਜਾਓਗੇ ਨਾ, ਜਾਂ ਸ਼ਬਦ ਦੇ ਵਿੱਚ ਟਿਕੂਗਾ। ਪਹਿਲਾਂ ਬਾਹਰੋਂ ਹਟੂਗਾ, ਫਿਰ ਉਹਦੇ ਵਿੱਚ ਟਿਕੂਗਾ, ਉਸ ਤੋਂ ਬਾਅਦ ਫਿਰ ਪਿੱਛੇ ਜਾਵੇਗਾ। ਉਹਦੇ ਵਿੱਚ ਜਾਵੇਗਾ ਜਿਹੜਾ ਧਿਆਨ ਲਾ ਰਿਹਾ ਹੈ, ਜਿਹੜਾ ਧੁਨ ਸੁਣ ਰਿਹਾ ਹੈ। ਉਹਨੂੰ ਜਿਹੜਾ ਜਾਣ ਲੈਂਦਾ ਹੈ, ਉਹ ਅਕਥ ਕਹਾਣੀ ਨੂੰ, ਪਰਮਾਤਮਾ ਦੀ ਨੂੰ ਜਾਣ ਲੈਂਦਾ। ਉਹੋ ਹੀ ਬ੍ਰਹਮ ਗਿਆਨੀ ਹੈ। ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਉਹਨਾਂ ਨੇ ਜਾਣ ਲਈ ਹੈ ਅਕਥ ਕਹਾਣੀ, ਜਿਹੜੀ ਕਥਨ ਨਹੀਂ ਕੀਤੀ ਜਾ ਸਕਦੀ।